स्वागत है आप सब ਦਾ ਇਸ ਸੈਗਮੈਂਟ ਦੇ ਵਿੱਚ। ਅੱਜ ਇਸ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਹਰਨੇਕ ਮਠਾੜੂ ਦੇ ਨਾਲ। ਅੱਜ ਉਹਨਾਂ ਦੇ ਜ਼ਿੰਦਗੀ ਦੀ ਸਫਲਤਾ ਦੇ ਰਾਜ਼ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਜਿੱਥੇ ਉਹ ਸਮਾਜਿਕ ਗਤੀਵਿਧੀਆਂ ਦੇ ਵਿੱਚ ਸਰਗਰਮ ਰਹਿੰਦੇ ਨੇ, ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਕਾਫੀ ਸਰਗਰਮ ਰਹਿੰਦੇ ਨੇ, ਅਤੇ ਉੱਥੇ ਉਹ ਇੱਕ ਸਫਲ ਬਿਜ਼ਨਸਮੈਨ ਵੀ ਨੇ। ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਹਰਨੇਕ ਮਠਾੜੂ। ਸਵਾਗਤ ਹੈ ਜੀ ਆਪ ਦਾ। ਥੈਂਕ ਯੂ ਬਸੋਤਾ ਸਾਹਿਬ, ਥੈਂਕ ਯੂ ਜੀ। ਮਠਾੜੂ ਸਾਹਿਬ, ਅੱਜ ਅਸੀਂ ਤੁਹਾਡੇ ਜੋ ਤੁਸੀਂ ਕਾਮਯਾਬ ਬਿਲਡਰ ਹੋ ਐਡਮਿੰਟਨ ਦੇ ਵਿੱਚ, ਉਸ 'ਤੇ ਰਾਜ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਭਾਰਤ 'ਚ ਤੁਸੀਂ ਪੰਜਾਬ ਤੋਂ ਇੱਕ ਛੋਟੇ ਜਿਹੇ ਪਿੰਡ ਸੰਤੇ ਮਾਜਰੇ ਤੋਂ ਸੰਬੰਧ ਰੱਖਦੇ ਹੋ। ਸੰਤੇ ਮਾਜਰੇ ਤੋਂ ਲੈ ਕੇ ਕੈਨੇਡਾ ਦੀ ਧਰਤੀ 'ਤੇ ਲੈਂਡ ਕਰਨ ਦਾ ਸਬੱਬ ਕਿਵੇਂ ਬਣਿਆ? ਪ੍ਰਵਾਸ ਕਰਨ ਦੀ ਕਿਵੇਂ ਸੁੱਝੀ? ਸੋ ਤਾਂ ਸਭ ਇੱਦਾਂ ਹੈ ਜੀ ਵੀ ਇਹ ਜ਼ਿੰਦਗੀ ਦਾ ਜਿਹੜਾ ਸਫ਼ਰ ਹੈਗਾ, ਇਹ ਸਫ਼ਰ ਦੀ ਸ਼ੁਰੂਆਤ ਇੰਡੀਆ ਤੋਂ ਹੋਈ, ਪੰਜਾਬ ਤੋਂ ਹੋਈ। ਪਹਿਲਾਂ ਜਿਸ ਤਰ੍ਹਾਂ ਦੇ ਆਪਣੇ ਪੰਜਾਬ ਦੇ ਵਿੱਚ ਹਾਲਾਤ ਸੀ ਪਰਿਵਾਰ ਦੇ, ਲੋਅਰ ਮਿਡਲ ਕਲਾਸ ਦੇ ਵਿੱਚੋਂ ਅਸੀਂ ਆਏ ਹੈਗੇ। ਤਾਂ ਬੇਸ਼ੱਕ ਫਾਦਰ ਸਾਹਿਬ ਦਾ ਆਪਣਾ ਸਾਵਮਿਲ ਸੀ ਉਹਨਾਂ ਦਾ ਖਰੜ ਦੇ ਵਿੱਚ ਲਾਇਆ ਹੋਇਆ, ਪਰ ਉਹ ਮਤਲਬ ਆਮਦਨ ਐਡੀ ਬਹੁਤੀ ਨਹੀਂ ਸੀ, ਉਹਦੇ ਵਿੱਚ ਉਹ ਗੁਜ਼ਾਰਾ ਕਰਨ ਵਾਲਾ ਹੀ ਕੰਮ ਸੀ। ਵੱਡਾ ਪਰਿਵਾਰ ਸੀ, ਪਰ ਫਿਰ ਵੀ ਫਾਦਰ ਸਾਹਿਬ ਨੇ ਮੈਨੂੰ ਕਾਫੀ ਗਾਈਡ ਕਰਕੇ ਕਹਿੰਦੇ, ਪੁੱਤਰਾ ਪੜ੍ਹਾਈ ਤੋਂ ਬਿਨਾਂ ਇਸ ਜ਼ਮਾਨੇ ਦੇ ਵਿੱਚ, ਜੇ ਅੱਜ ਦੇ ਜ਼ਮਾਨੇ ਨੂੰ ਤੁਸੀਂ ਕਾਮਯਾਬ ਹੋਣਾ, ਇਹਦੇ ਵਿੱਚ ਤੁਹਾਨੂੰ ਪੜ੍ਹਾਈ ਵੱਲ ਧਿਆਨ ਦੇਣਾ ਪੈਣਾ। ਤਾਂ ਫਿਰ ਪੜ੍ਹਾਈ ਵੱਲ ਧਿਆਨ ਦਿੱਤਾ। ਤਾਂ ਡਿਪਲੋਮਾ ਇੰਜੀਨੀਅਰਿੰਗ ਦਾ ਕੀਤਾ ਚੰਡੀਗੜ੍ਹ ਤੋਂ, ਸੈਂਟਰਲ ਪੋਲੀਟੈਕਨਿਕ ਤੋਂ। ਤਾਂ ਉਹ ਕਰਨ ਤੋਂ ਬਾਅਦ ਪ੍ਰੋਡਕਸ਼ਨ ਇੰਜੀਨੀਅਰਿੰਗ ਕੀਤੀ। ਤਾਂ ਉਸ ਤੋਂ ਬਾਅਦ ਸਾਲ ਕੁ ਉੱਥੇ DCM ਇੰਜੀਨੀਅਰਿੰਗ ਪ੍ਰੋਡਕਟ ਦੇ ਵਿੱਚ ਕੰਮ ਕੀਤਾ ਐਜ਼ ਏ ਮਕੈਨੀਕਲ ਸੁਪਰਵਾਈਜ਼ਰ। ਕਰਨ ਤੋਂ ਬਾਅਦ ਨਾਲ ਦੀ ਨਾਲ ਹਮੇਸ਼ਾ ਹੀ ਇਹ ਤੰਗ ਸੀ ਵੀ ਇੱਥੇ ਤਾਂ ਗੁਜ਼ਾਰਾ ਨਹੀਂ ਹੋਣਾ ਹੈਗਾ, ਇੱਥੇ ਤਾਂ ਇਹ 500-400 ਰੁਪਈਆ ਮਹੀਨੇ ਦੀ ਨੌਕਰੀ ਹੈਗੀ। ਤਾਂ ਇਹਦੇ ਨਾਲ ਤਾਂ ਉਹ ਜਿਹੜਾ ਬਜ਼ੁਰਗਾਂ ਦੇ ਸਿਰ ਕਰਜ਼ਾ ਚੜ੍ਹਿਆ ਹੋਇਆ ਸੀ, ਉਹ ਕੌਣ ਤਾਰੂਗਾ, ਕਿੱਦਾਂ ਉਤਰੇਗਾ ਉਹ। ਤਾਂ ਫਿਰ ਇਸ ਕਰਕੇ ਉਸ ਹਾਲਾਤ ਦੇ ਨਾਲ ਮੈਨੂੰ ਇੱਕੋ ਹੀ ਦਿਖਦਾ ਸੀ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਜਾਵਾਂ। ਉਸ ਜ਼ਮਾਨੇ ਦੇ ਵਿੱਚ ਆਪਣੇ ਇੱਧਰ ਮਸਕਟ, ਦੁਬਈ, ਸਾਊਦੀ ਅਰਬ, ਇਹਨਾਂ ਦੇਸ਼ਾਂ ਦੇ ਵਿੱਚ ਵੀ ਬਹੁਤ ਨੌਜਵਾਨ ਜਾਂਦੇ ਸੀ। ਅਤੇ ਉਸ ਤੋਂ ਇਲਾਵਾ ਇੰਗਲੈਂਡ ਵੱਲ ਵੀ ਅਪਰਚੂਨਿਟੀ ਸੀ, ਕੈਨੇਡਾ ਵਿੱਚ ਵੀ। ਅਤੇ ਫਿਰ ਇੱਦਾਂ ਦੇ ਹਾਲਾਤ ਬਣਦੇ ਚਲੇ ਗਏ ਵੀ ਇੱਥੇ ਕੈਨੇਡਾ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਵਿੱਚ ਜਿਹੜੇ ਮੇਰੇ ਲਾਈਫ ਪਾਰਟਨਰ ਬਣੇ, ਜਿਨ੍ਹਾਂ ਦੇ ਨਾਲ ਮੇਰੀ ਜ਼ਿੰਦਗੀ ਸ਼ੁਰੂਆਤ ਹੋਈ, ਉਹਨਾਂ ਦੇ ਨਾਲ ਮੇਰੀ ਇੰਗੇਜਮੈਂਟ ਹੋ ਗਈ। ਅਤੇ ਇਹ 1978 ਦੀ ਗੱਲ ਹੈਗੀ। 2 ਫਰਵਰੀ ਨੂੰ ਤਾਂ ਉੱਥੋਂ ਜਹਾਜ਼ ਬੈਠੇ ਇੱਥੇ ਆ ਗਏ, ਤਾਂ ਇੱਥੇ ਦੀ ਜ਼ਿੰਦਗੀ ਸ਼ੁਰੂ ਹੋ ਗਈ। ਇੱਥੇ ਜਦੋਂ 1978 'ਚ ਲੈਂਡ ਕੀਤਾ, ਹਾਂਜੀ, ਕੈਨੇਡਾ ਦੇ ਵਿੱਚ, ਤਾਂ ਜਦੋਂ ਪੈਰ ਧਰਿਆ ਕੈਨੇਡਾ ਦੀ ਧਰਤੀ, ਪਹਿਲੀ ਵਾਰ ਕਿਵੇਂ ਮਹਿਸੂਸ ਹੋਇਆ ਸੀ? ਉਸ ਕੀ ਮਹਿਸੂਸ ਹੋਇਆ? ਦੇਖੋ, ਜੇਬ ਦੇ ਵਿੱਚ $4 ਸੀ। ਤਾਂ ਏਅਰਪੋਰਟ ਦੇ ਉਤਰੇ, ਸੋਹਣੀ ਠੰਡ ਸੀ, ਉੱਥੋਂ ਫੋਨ ਡਾਇਲ ਕਰਨਾ ਨਹੀਂ ਸੀ ਆਉਂਦਾ ਵੀ ਕਿੱਦਾਂ ਏਅਰਪੋਰਟ ਤੋਂ ਕੋਈ ਏਅਰਪੋਰਟ 'ਤੇ ਲੈਣ ਵੀ ਨਾ ਆਇਆ, ਮੈਨੂੰ ਤਾਂ ਭੁੱਲ ਗਏ। ਚਲੋ ਏਅਰਪੋਰਟ 'ਤੇ ਆ ਗਏ। ਤਾਂ ਆ ਗਏ, ਬਸ ਵੀ ਥੋੜ੍ਹੇ ਦੂਰ ਰਹਿ ਗਏ ਸੀ, ਲੇਟ ਹੋ ਗਏ ਸੀ ਉਹ। ਤਾਂ ਪਰ ਜਾਣੀ ਏਅਰਪੋਰਟ ਤੋਂ ਉਹਨਾਂ ਨੇ ਲੈ ਲਿਆ। ਤਾਂ ਠੰਡ ਲੱਗੀ, ਪਤਾ ਲੱਗਿਆ ਵੀ ਇੱਥੇ ਠੰਡ ਵਾਕਈ ਇੰਨੀ ਪੈਂਦੀ ਹੈਗੀ। ਮਹੀਨਾ ਕਿਹੜਾ ਸੀ? ਫਰਵਰੀ, 2 ਫਰਵਰੀ। ਤਾਂ -10-12 ਡਿਗਰੀ ਟੈਂਪਰੇਚਰ ਹੋਏਗਾ ਬਾਹਰ। ਅਤੇ ਆ ਗਏ ਜੀ। ਤਾਂ ਇੱਥੇ ਆ ਕੇ ਫਿਰ ਅਸੈਸਮੈਂਟ ਕਰਨੀ ਸ਼ੁਰੂ ਕੀਤੀ ਵੀ ਕੀ ਕਰਿਆ ਜਾਵੇ। ਸੋ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਹੈਗਾ ਵੀ ਆਪਣਾ ਸਰਵਾਈਵਲ ਮੋਡ ਹੈਗਾ, ਵੀ ਤੁਸੀਂ ਆਪਣੇ ਆਪ ਨੂੰ ਜਿਉਂਦੇ ਕਿੱਦਾਂ ਰੱਖਣਾ ਹੈਗਾ, ਸਰਵਾਈਵ ਕਿੱਦਾਂ ਕਰਨਾ ਹੈਗਾ। ਇਸ ਕਰਕੇ ਸਰਵਾਈਵ ਕਰਨ ਦੇ ਲਈ ਹੁਣ ਤੁਸੀਂ ਐਡੀ ਦੂਰ ਦੇਸ਼ ਵਿੱਚੋਂ ਆਏਂਗੇ, ਇੰਗਲਿਸ਼ ਵੀ ਤੁਹਾਡੀ ਐਡੀ ਕੋਈ ਮਾਰ ਨਹੀਂ ਹੈਗੀ, ਤੁਹਾਨੂੰ ਇੱਥੇ ਦੇ ਕਲਚਰ ਦਾ ਵੀ ਪਤਾ ਨਹੀਂ, ਇੱਥੇ ਦੇ ਸਿਸਟਮ ਦਾ ਨਹੀਂ ਪਤਾ ਨਹੀਂ, ਇੱਥੇ ਦੇ ਲੋਕਾਂ ਬਾਰੇ ਵੀ ਜਾਣਕਾਰੀ ਨਹੀਂ। ਇਸ ਕਰਕੇ ਤੁਹਾਨੂੰ ਇੱਕ ਪਾਸੇ ਉਹ ਸਾਰਾ ਕੁਛ ਅੰਡਰਸਟੈਂਡ ਕਰਨਾ ਹੁੰਦਾ ਹੈਗਾ, ਦੂਜੇ ਪਾਸੇ ਇੱਥੇ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਲਈ ਨੌਕਰੀ ਜਿਹੜੀ ਵੀ ਮਿਲਦੀ ਉਹ ਕਰਨੀ ਮਿਲਦੀ ਹੈ। ਬੇਸ਼ੱਕ 21 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਇੰਡੀਆ, ਪੰਜਾਬ ਦੇ ਵਿੱਚ DCM ਵਾਲਿਆਂ ਦੇ ਨਾਲ ਸੁਪਰਵਾਈਜ਼ਰ ਲੱਗ ਗਿਆ ਸੀ। ਪਰ ਇੱਥੇ ਆ ਕੇ ਫਿਰ ਉੱਦਾਂ ਦੀ ਨਾ ਤਾਂ ਔਰ ਇੰਡਸਟਰੀ ਸੀ ਇੱਥੇ, ਅਤੇ ਨਾ ਹੀ ਉੱਦਾਂ ਦੇ ਕੰਮ ਸੀ, ਅਤੇ ਨਾ ਹੀ ਕਿਸੇ ਨੇ ਉੱਦਾਂ ਦਾ ਉਸ ਲੈਵਲ ਦਾ ਕੰਮ ਦੇਣਾ ਸੀ। ਕਿਉਂਕਿ ਜਦੋਂ ਤੁਹਾਡੀ ਲੈਂਗੁਏਜ ਦੀ ਕਮਾਂਡ ਨਹੀਂ ਹੈ ਪੂਰੀ, ਜਦੋਂ ਤੁਹਾਡਾ ਇੱਥੇ ਦੀ ਐਜੂਕੇਸ਼ਨ ਨਹੀਂ ਹੈ ਤੁਹਾਡੇ ਕੋਲ, ਤੁਹਾਡੇ ਲਈ ਮੁਸ਼ਕਿਲ ਹੋ ਜਾਂਦਾ ਹੈਗਾ। ਤਾਂ ਇਸ ਕਰਕੇ ਪਹਿਲਾਂ ਮੈਂ ਇੱਕ ਕੰਸਟਰਕਸ਼ਨ ਕੰਪਨੀ ਦੇ ਵਿੱਚ ਬਤੌਰ ਲੇਬਰਰ ਦੇ ਤੌਰ ਦੇ ਉੱਤੇ ਭਰਤੀ ਹੋਇਆ। ਲੇਬਰ ਤਾਂ ਹੈਰਾਨੀ ਤਾਂ ਉਸ ਦਿਨ ਬੜੀ ਹੋਈ, ਆਪਣੇ ਆਪ ਦੇ ਮਨ ਨੂੰ ਇੱਦਾਂ ਲੱਗਿਆ ਵੀ ਦੱਸ, ਉੱਥੇ ਦਾ ਤੂੰ 21 ਸਾਲ ਦੀ ਉਮਰ ਦੇ ਵਿੱਚ, ਚਲੋ ਹਾਲੇ ਜੂਨੀਅਰ ਅਫਸਰ ਹੀ ਸੀ, ਪਰ ਅਫਸਰ ਲੱਗ ਗਿਆ ਸੀ। ਤਾਂ ਇੱਥੇ ਆ ਕੇ ਹੁਣ ਕਿੱਥੇ ਲੇਬਰ? ਹਾਂ, ਤਾਂ ਇੱਥੇ ਲੇਬਰ। ਇੱਥੇ ਪਹਿਲੇ ਦਿਨ ਜਦੋਂ ਉਹ ਕਹੀ ਚਲਾਉਣੀ ਪਈ, ਫਿਰ ਯਾਦ ਆਇਆ। ਪਰ ਫਿਰ ਇਹ ਸੋਚਿਆ ਵੀ ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ, ਇਹ ਵੀ ਬੰਦੇ ਹੀ ਕਰਦੇ ਹੁੰਦੇ ਹੈਗੇ ਕੰਮ, ਪਰ ਤੁਸੀਂ ਇੱਥੇ ਹੁਣ ਕਿਸ ਤਰ੍ਹਾਂ ਕਾਮਯਾਬ ਹੋਣਾ ਉਹ ਸੋਚੋ। ਆਮਦਨ ਦਾ ਜ਼ਰੀਆ ਹੋ ਗਿਆ, ਆਮਦਨ ਦਾ ਸਾਧਨ ਬਣ ਗਿਆ। ਤਾਂ ਉਹਦੇ ਨਾਲ ਰੋਟੀ ਪਾਣੀ ਚੱਲਦੀ ਰਹੀ, ਕਿਰਾਇਆ ਘਰ ਦਾ ਖਰਚ ਚੱਲਦਾ ਰਿਹਾ, ਕਾਰ ਲੈ ਲਈ। ਤਾਂ ਉਸ ਤੋਂ ਬਾਅਦ
ਇਹ ਹੋਇਆ ਵੀ ਹੁਣ ਮੈਂ ਕਰਾਂ ਕੀ ਆਪਣੇ ਆਪ ਨੂੰ ਕਾਮਯਾਬ ਕਰਨ ਦੇ ਲਈ। ਫਿਰ ਈਵਨਿੰਗ ਕਲਾਸਾਂ ਲਈਆਂ, ਦਿਨ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਕੰਮ ਕਰਨਾ, ਅਤੇ 5 ਵਜੇ ਤੋਂ ਘਰੇ ਆ ਕੇ ਨਹਾ ਧੋ ਕੇ ਆਪਣਾ 6:30 ਵਜੇ ਕਾਲਜ ਜਾਣਾ। ਇੱਥੇ ਆਪਣਾ ਨੇਟ ਕਾਲਜ ਹੈ, ਨੇਟ ਕਾਲਜ ਦੇ ਵਿੱਚ ਫਿਰ ਰਾਤ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਫਿਰ ਉਹ ਕਿਸ ਚੀਜ਼ ਦੀ ਸਟੱਡੀ ਕੀਤੀ ਨੇ? ਮੈਂ ਕੰਸਟਰਕਸ਼ਨ ਟੈਕਨੋਲੋਜੀ ਦੀ, ਤਾਂ ਕੰਸਟਰਕਸ਼ਨ ਰਿਲੇਟਡ ਮੈਂ ਕੋਰਸਿਸ ਕਰਨੇ ਸ਼ੁਰੂ ਕਰ ਦਿੱਤੇ ਵੀ ਤਾਂ ਕਿ ਮੈਨੂੰ ਇੱਦਾਂ ਜਿਹੜੀ ਲਾਈਨ ਦੇ ਵਿੱਚ ਮੈਂ ਇੱਥੇ ਪੈ ਗਿਆ ਸੀ ਵੀ ਮੈਨੂੰ ਉਹਦੇ ਬਾਰੇ ਉਹਦੀ ਜਿਹੜੀ ਥਿਊਰੀ ਹੈਗੀ ਉਹ ਸਾਰਾ ਕੁਝ ਪਤਾ ਲੱਗ ਜਾਏ। ਤਾਂ ਫਿਰ 2 ਸਾਲ ਉਹ ਕੋਰਸ ਵਗੈਰਾ ਕਰਦਾ ਰਿਹਾ। ਅਗਲੀ ਪਲਾਂਗ ਤਾਂ ਫਿਰ ਅਗਲੀ ਪਲਾਂਗ ਵੱਜ ਗਈ, ਤਾਂ ਉਹ ਕੋਰਸਾਂ ਦੇ ਵਿੱਚ ਫਿਰ ਉਹ ਕੰਪਨੀ ਨੂੰ ਇੱਦਾਂ ਹੋ ਗਿਆ ਵੀ ਇਹ ਬੰਦਾ ਲੇਬਰ ਵਾਲਾ ਨਹੀਂ ਹੈਗਾ, ਇਹ ਬੰਦੇ ਦੀ ਪਰਸਨੈਲਿਟੀ ਉਹ ਨਹੀਂ ਹੈਗੀ ਲੇਬਰ ਕਰਨੇ ਵਾਲੀ। ਮੈਨੂੰ ਉਹਨਾਂ ਨੇ 6 ਮਹੀਨੇ ਬਾਅਦ ਹੀ ਆਪਣਾ ਵੀ ਸਰਵਿਸ ਕੋਆਰਡੀਨੇਟਰ ਲਾ ਦਿੱਤਾ ਸੀ। ਤਾਂ ਫਿਰ ਤਕਰੀਬਨ ਉਸ ਕੰਪਨੀ ਦੇ ਨਾਲ ਮੈਂ ਸਰਵਿਸ ਕੋਆਰਡੀਨੇਟਰ ਅਤੇ ਫਿਰ ਕੰਸਟਰਕਸ਼ਨ ਸੁਪਰਿੰਟੈਂਡੈਂਟ, ਫਿਰ ਕੰਸਟਰਕਸ਼ਨ ਮੈਨੇਜਰ, ਤਕਰੀਬਨ ਅਲਬਰਟਾ ਦੇ ਕਈ ਸ਼ਹਿਰਾਂ ਦੇ ਵਿੱਚ ਬਿਲਡਿੰਗਾਂ ਬਣਾਈਆਂ, ਐਡਮਿੰਟਨ ਦੇ ਵਿੱਚ ਬਣਾਈਆਂ ਉਹ ਕੰਪਨੀ ਦੇ ਨਾਲ। ਤਾਂ ਫਿਰ 1986 ਦੇ ਵਿੱਚ ਜਦੋਂ ਇਕਨੋਮੀ ਇੱਥੇ ਦੀ ਡਾਊਨ ਹੋਈ ਹੈ, ਫਿਰ ਪਹਿਲਾਂ ਤਾਂ 1982 ਵਿੱਚ ਇੱਥੇ ਰਿਸੈਸ਼ਨ ਆਇਆ, ਫਿਰ ਉਹ ਚਲੋ ਔਖਾ ਸੌਖਾ ਲੰਘ ਗਏ। ਤਾਂ ਫਿਰ 1984 ਦੇ ਵਿੱਚ ਆਸ ਹੋ ਗਈ ਸੀ ਵੀ ਹੁਣ ਠੀਕ ਹੋਏਗਾ। ਫਿਰ 85-86 ਦੇ ਵਿੱਚ ਫਿਰ ਡਾਊਨ ਹੋਣਾ ਸ਼ੁਰੂ ਹੋ ਗਿਆ। ਫਿਰ ਮੈਂ ਕਿਹਾ ਵੀ ਇੱਥੇ ਤਾਂ ਹੁਣ ਥੋੜ੍ਹੀ ਜਿਹੀ ਉੱਦਾਂ ਦੀ ਜੋਬ ਲੱਭੀ ਹੈ ਜਿਹੜੀ ਥੋੜ੍ਹੀ ਸਟੇਬਲ ਹੋਵੇ, ਅਤੇ ਮਤਲਬ ਬਾਰ-ਬਾਰ ਇੰਨੀ ਚੱਕ-ਥਲ ਬੜੀ ਔਖੀ ਹੋ ਜਾਂਦੀ ਹੈਗੀ। ਫਿਰ ਮੈਂ ਗੌਰਮੈਂਟ ਦੀ ਫਿਰ ਜੋਬਾਂ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ। ਗੌਰਮੈਂਟ ਦੀ ਜੋਬ ਦੇ ਲਈ ਅਪਲਾਈ ਕੀਤਾ, ਉਹ ਇੰਟਰਵਿਊ ਲੈਣ ਆ ਗਏ ਤਾਂ ਇੰਟਰਵਿਊ 'ਚ 2 ਹਫ਼ਤੇ ਬਾਅਦ ਫੋਨ ਆ ਗਿਆ, ਕਹਿੰਦੇ ਜੀ ਹਾਂ ਤੁਹਾਨੂੰ ਅਸੀਂ ਜੋਬ ਦੀ ਅਪੁਆਇੰਟਮੈਂਟ ਦੇਣੀ ਚਾਹੁੰਦੇ ਹੈਗੇ ਵੀ ਕਿ ਹਾਂ ਕਦੋਂ ਤੁਸੀਂ ਜੁਆਇਨ ਕਰ ਸਕਦੇ ਆ। ਗੌਰਮੈਂਟ ਦੀ ਜੋਬ ਦੀ ਜੁਆਇਨ ਦੀ ਚਿੱਠੀ ਆ ਗਈ। ਐਜ਼ ਐਨ ਆਫਿਸਰ ਭਰਤੀ ਹੋਇਆ। ਆਫਿਸਰ ਭਰਤੀ ਹੋਣ ਤੋਂ ਬਾਅਦ 2 ਸਾਲ ਬਾਅਦ ਮੈਂ ਮੈਨੇਜਰ ਬਣ ਗਿਆ। ਉਸ ਤੋਂ 2 ਸਾਲ ਬਾਅਦ ਡਿਸਟ੍ਰਿਕਟ ਮੈਨੇਜਰ ਬਣ ਗਿਆ। ਉਸ ਤੋਂ 2 ਸਾਲ ਬਾਅਦ ਡਾਇਰੈਕਟਰ ਬਣ ਗਿਆ। ਤਾਂ ਮੈਂ ਉਹ ਜਦੋਂ ਗੌਰਮੈਂਟ ਦੇ ਨਾਲ ਜੋਬ ਕੀਤੀ ਹੈ, ਆਟਵਾ ਤੋਂ ਲੈ ਕੇ ਮੌਂਟਰੀਅਲ ਤੋਂ ਲੈ ਕੇ ਟੋਰਾਂਟੋ, ਵੈਨਕੂਵਰ, ਹੈਲੀਫੈਕਸ, ਇਹ ਸਾਰੇ ਸ਼ਹਿਰ ਅਤੇ ਨਾਰਥ ਦੇ ਜਿੰਨੇ ਵੀ ਸ਼ਹਿਰ ਹੈਗੇ, ਨਾਰਥ ਦੀਆਂ ਜਿੰਨੀਆਂ ਵੀ ਕਮਿਊਨਿਟੀਆਂ 50-60 ਕਮਿਊਨਿਟੀਆਂ ਹੈਗੀਆਂ, ਗ੍ਰੀਨਲੈਂਡ ਤੋਂ ਲੈ ਕੇ ਅਲਾਸਕਾ ਦੇ ਵਿੱਚ ਨਾਰਥ ਆਫ 60, ਤਾਂ ਉਹ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਮੈਂ ਗਿਆ ਹੈਗਾ। ਉੱਥੇ ਦੇ ਜਿੰਨੇ ਵੀ ਆਪਣੇ ਲੋਕਲ ਕਮਿਊਨਿਟੀ ਕਾਉਂਸਲ ਹੁੰਦੀਆਂ ਸੀ ਜਾਂ ਟਾਊਨ ਕਾਉਂਸਲਾਂ ਹੁੰਦੀਆਂ ਸੀ, ਸਿਟੀ ਕਾਉਂਸਲਾਂ ਹੁੰਦੀਆਂ ਸੀ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਕਿਉਂਕਿ ਗੌਰਮੈਂਟ ਦੇ ਵਿੱਚ ਜਿਹੜੀ ਮੇਰੀ ਜ਼ਿੰਮੇਵਾਰੀ ਸੀ ਐਜ਼ ਅ ਡਾਇਰੈਕਟਰ, ਉਹ ਇਹੀ ਸੀ ਵੀ ਗੌਰਮੈਂਟ ਦਾ ਜਿਹੜਾ ਪ੍ਰੋਗਰਾਮ ਹੈਗਾ ਉਸ ਪ੍ਰੋਗਰਾਮ ਨੂੰ ਕਮਿਊਨਿਟੀ ਲੈਵਲ ਦੇ ਉੱਤੇ ਕਿੱਦਾਂ ਲਾਗੂ ਕਰਨਾ ਹੈਗਾ। ਕੁਛ ਅਸੀਂ ਡਾਇਰੈਕਟਲੀ ਕਰਦੇ ਸੀ, ਕੁਛ ਅਸੀਂ ਕਮਿਊਨਿਟੀਆਂ ਦੇ ਥਰੂ ਕਰਦੇ ਸੀ। ਤਾਂ ਉਹ ਸਾਰਾ ਕੁਛ ਕਰਨ ਦੇ ਨਾਲ ਮੈਨੂੰ ਇਹ ਪਤਾ ਲੱਗਿਆ ਵੀ ਗੌਰਮੈਂਟ ਕਿੱਦਾਂ ਫੰਕਸ਼ਨ ਕਰਦੀ ਹੈਗੀ। ਤਾਂ ਮਤਲਬ ਪੋਲੀਟੀਕਲ ਬੰਦਿਆਂ ਨਾਲ ਵੀ ਵਾਹ ਪੈਣਾ, MLA ਦੇ ਨਾਲ ਵੀ, ਹੋਰ ਸਭ ਦੇ ਨਾਲ ਵੀ। ਮੈਂ ਇੱਕ ਦੱਸਣਾ ਤੁਹਾਨੂੰ ਵੀ ਮੇਰਾ ਕਦੇ ਵੀ ਮੈਨੂੰ ਅੱਜ ਇੱਥੇ ਮੇਰੇ ਦਿਮਾਗ 'ਚ ਨਹੀਂ ਹੈ ਵੀ ਕਦੇ ਕਿਸੇ MLA ਨੇ ਜਾਂ ਮਿਨਿਸਟਰ ਨੇ ਸਾਨੂੰ ਸਾਡੇ ਦਫ਼ਤਰ ਨੂੰ ਫੋਨ ਕਰਕੇ ਕਿਹਾ ਹੋਏ। ਅਸੀਂ ਦੇਖੋ ਮਤਲਬ ਕਰੋੜਾਂ ਡਾਲਰਾਂ ਦੀਆਂ ਗ੍ਰਾਂਟਾਂ ਦਿੰਦੇ ਸੀ ਸਾਲ ਦੇ ਵਿੱਚ, ਪਰ ਕਦੇ ਵੀ ਕਿਸੇ ਨੇ ਇਹ ਕਿਹਾ ਹੋਇਆ ਵੀ ਇਸ ਬੰਦੇ ਦੀ ਗ੍ਰਾਂਟ ਦੇਣੀ ਹੈ, ਇਹਦੀ ਨਹੀਂ ਦੇਣੀ, ਇਹਦੀ ਸਪੋਰਟ ਕਰਨੀ, ਇਹਦੀ ਨਹੀਂ ਕਰਨੀ। ਸਾਡੇ ਲਈ ਗੌਰਮੈਂਟ ਦੀ ਪਾਲਿਸੀ ਅਤੇ ਪ੍ਰੋਸੀਜਰ, ਰੂਲ ਅਤੇ ਰੈਗੂਲੇਸ਼ਨ ਬਣੇ ਹੋਏ ਸੀ, ਉਹਦੇ ਅਨੁਸਾਰ ਅਸੀਂ ਸਾਰਾ ਫੋਲੋ ਕਰਦੇ ਹੋਏ ਸਾਰੀਆਂ ਗ੍ਰਾਂਟਾਂ ਮਨਜ਼ੂਰ ਕਰਦੇ ਸੀ, ਉਸੇ ਤਰੀਕੇ ਨਾਲ ਕਰਦੇ ਸੀ। ਤਾਂ ਫਿਰ 10-11 ਸਾਲ ਗੌਰਮੈਂਟ ਦੇ ਨਾਲ ਕੰਮ ਕੀਤਾ। ਇਹ ਉਸ ਟਾਈਮ ਦੀ ਗੱਲ ਹੈਗੀ, ਅੱਜ ਤੋਂ ਤਕਰੀਬਨ 23 ਸਾਲ ਪਹਿਲਾਂ ਦੀਆਂ ਗੱਲਾਂ, 23-24 ਸਾਲ ਪਹਿਲਾਂ ਦੀਆਂ ਗੱਲਾਂ। ਜਦੋਂ ਮੈਂ ਗੌਰਮੈਂਟ ਛੱਡਿਆ ਤਾਂ ਉਦੋਂ ਤਕਰੀਬਨ $1,00,000 ਤਨਖਾਹ ਮਿਲਦੀ ਸੀ ਮੈਨੂੰ ਉਸ ਜ਼ਮਾਨੇ 'ਚ। ਤਾਂ ਫਿਰ ਪਿੱਛੇ ਇੰਡੀਆ ਬਜ਼ੁਰਗ ਸੀ ਸਿਆਣੇ, ਕਿਉਂਕਿ ਮਦਰ ਸਾਡੀ ਛੋਟੇ ਹੁੰਦਿਆਂ ਦੀ ਪੂਰੇ ਹੋ ਗਏ ਸੀ, ਤਾਂ ਬਜ਼ੁਰਗ ਵਿਚਾਰੇ ਇਕੱਲੇ ਸੀ। ਫਿਰ ਉਹ ਬਿਮਾਰ ਲੱਗੇ ਸੀ ਰਹਿਣ। ਫਿਰ ਮੈਂ ਕਿਹਾ ਜਾ ਕੇ ਆਵਾਂ ਇੱਕ ਵਾਰੀ। ਫਿਰ ਮੈਂ 1997 ਦੇ ਵਿੱਚ ਜਦੋਂ ਗੌਰਮੈਂਟ ਦੀ ਨੌਕਰੀ ਛੱਡੀ, ਫਿਰ 3 ਸਾਲ ਲਈ ਆਪਣੀ ਵਾਈਫ ਬੱਚਿਆਂ ਨੂੰ ਨਾਲ ਲੈ ਕੇ ਮੋਹਾਲੀ ਚਲੇ ਗਏ ਜਾ ਕੇ, ਕਿਉਂਕਿ ਉੱਥੇ ਸਾਡਾ ਇੰਡਸਟਰੀ ਏਰੀਆ ਦੇ ਵਿੱਚ 2 ਫੈਕਟਰੀਆਂ ਸੀ। ਫਾਦਰ ਸਾਹਿਬ ਉੱਥੇ ਹੀ ਰਹਿੰਦੇ ਸੀ। ਫਿਰ 3 ਸਾਲ ਉਹਨਾਂ ਦੀ ਸੇਵਾ ਕੀਤੀ। ਆਪ ਆਪਣੀ ਮੈਂ MBA ਕਰ ਲਈ ਉੱਥੇ ਪੜ੍ਹਾਈ ਕਰਕੇ। ਤਾਂ ਬੇਟੀ ਨੇ ਕਾਲਜ ਦੀ ਡਿਗਰੀ ਕਰ ਲਈ, ਬੇਟੇ ਨੇ 7ਵੀਂ 8ਵੀਂ 9ਵੀਂ ਕਰ ਲਈ। 3 ਸਾਲ ਬਾਅਦ 2 ਸਾਲ ਬਾਅਦ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ। ਫਿਰ ਅਸੀਂ ਵਾਪਸ ਆਏ। ਫਿਰ ਮੇਰੇ ਕੋਲ ਆਪਸ਼ਨ ਸੀ, ਮੈਂ ਹੁਣ ਕੀ ਕਰਾਂ? ਕਿਆ ਮੈਂ ਹੁਣ ਫੇਰ ਨੌਕਰੀ ਲੱਭਾਂ, ਜਾਂ ਜਿੰਨੀ ਮੇਰੀ ਪ੍ਰਾਈਵੇਟ ਸੈਕਟਰ ਦੀ ਅਤੇ ਪਬਲਿਕ ਸੈਕਟਰ ਦੀ ਗੌਰਮੈਂਟ ਦੀ ਸਿਸਟਮ ਦੀ ਨੌਲੇਜ ਹੋ ਚੁੱਕੀ ਸੀ, ਜਾਂ ਮੈਂ ਇਹਨੂੰ ਕਿਸੇ ਹੋਰ ਤਰ੍ਹਾਂ ਇਸਤੇਮਾਲ ਕਰਾਂ। ਫਿਰ ਮੈਂ ਆਪਣੀ ਕੰਸਟਰਕਸ਼ਨ ਦੀ ਕੰਪਨੀ ਖੋਲ੍ਹੀ। ਤਾਂ ਫਿਰ ਇਹੀ ਸੋਚਿਆ ਵੀ ਕੰਸਟਰਕਸ਼ਨ ਦਾ ਜਿੰਨਾ ਮੈਨੂੰ ਤਜਰਬਾ ਹੈ, ਜਿੰਨਾ ਮੈਨੂੰ ਪਤਾ ਹੈ, ਮੈਂ ਆਪਣੀ ਕੰਪਨੀ ਖੋਲ੍ਹਾਂ। ਤਾਂ ਉਹ ਕੰਪਨੀ ਨੂੰ ਅੱਜ ਖੋਲ੍ਹੀ ਨੂੰ 21 ਸਾਲ ਹੋ ਗਏ। ਕਿਹੜੀ ਕੰਪਨੀ ਇਸ ਦਾ? ਕੰਪਨੀ ਦਾ ਨਾਮ ਹੈਗਾ ਰਾਇਲ ਵੈਸਟ ਹੋਮਸ। ਤਾਂ ਇਹ ਕੰਪਨੀ ਬਿਲਡ ਕਰਦੀ ਹੈ, ਮਤਲਬ ਡਿਜ਼ਾਈਨ, ਬਿਲਡ, ਸੈਲ ਅਤੇ ਸਰਵਿਸ,
ਮਤਲਬ ਘਰਾਂ ਤੋਂ ਅਸੀਂ ਸ਼ੁਰੂ ਕੀਤਾ ਸੀ ਵੀ ਸਿੰਗਲ ਫੈਮਿਲੀ ਹੋਮਸ ਤੋਂ ਡੁਪਲੈਕਸ ਬਣਾਏ, ਘਰ ਬਣਾਏ ਸੈਂਕੜਿਆਂ ਦੇ ਹਿਸਾਬ ਨਾਲ, ਤੇ ਉਸ ਤੋਂ ਬਾਅਦ ਅਸੀਂ ਮਲਟੀ ਫੈਮਿਲੀ ਹਾਊਸਿਸ, ਫਿਰ ਆਪਣੇ ਕਮਰਸ਼ੀਅਲ ਬਿਲਡਿੰਗਾਂ, ਮਤਲਬ ਇੱਦਾਂ ਦੇ ਅੱਜ ਕੱਲ੍ਹ ਤਾਂ ਜ਼ਿਆਦਾਤਰ ਕਮਰਸ਼ੀਅਲ ਬਿਲਡਿੰਗਾਂ ਤੇ ਮਲਟੀ ਫੈਮਿਲੀ ਹਾਊਸਿੰਗ ਹੈ। ਤਾਂ ਉਹਦੇ ਵਿੱਚ 30-30 40-40 ਮਿਲੀਅਨ ਡਾਲਰ ਦੇ ਪ੍ਰੋਜੈਕਟ ਹੈ, ਵੱਡੇ ਪ੍ਰੋਜੈਕਟ ਹੈ, ਕਈ ਸਾਲ ਚੱਲਦੇ ਰਹਿੰਦੇ ਹੈਗੇ। ਤਾਂ ਕਿੰਨੇ ਹੀ ਰਿਸੈਸ਼ਨਾਂ ਦੇ ਵਿੱਚੋਂ ਦੀ ਲੰਘੇ ਅਸੀਂ, ਪਰ ਸਰਵਾਈਵ ਕਰਦੇ ਰਹੇ। ਜਿਹੜੀ ਅੱਜ ਕੱਲ੍ਹ ਸਥਿਤੀ ਹੈ ਇਸ ਵੇਲੇ, ਇੱਕ ਪਾਸੇ ਕੋਵਿਡ-19 ਪੈਂਡੈਮਿਕ ਚੱਲ ਰਿਹਾ, ਦੂਜੇ ਪਾਸੇ ਸੈਸ਼ਨ ਹੈਗਾ, ਅਲਬਰਟਾ ਤੀਰਾ ਸੰਤਾਪ ਭੋਗ ਰਿਹਾ ਹੈ ਇਸ ਵੇਲੇ। ਸੋ ਅਜਿਹੀ ਸਥਿਤੀ ਦੇ ਵਿੱਚ ਜੋ ਤੁਹਾਡਾ ਐਜ਼ ਅ ਬਿਲਡਰ ਬਿਜ਼ਨਸ ਹੈ, ਉਹ ਕਿੱਥੇ ਸਟੈਂਡ ਕਰਦਾ ਹੈਗਾ? ਦੇਖੋ, ਮੇਰੀ ਸ਼ੁਰੂ ਤੋਂ ਹੀ ਆਦਤ ਰਹੀ ਹੈਗੀ ਵੀ ਮੈਂ ਕਦੇ ਵੀ ਆਪਣੇ ਆਪ ਨੂੰ ਓਵਰ ਐਕਸਟੈਂਡ ਨਹੀਂ ਕਰਦਾ। ਕੋਈ ਵੀ ਪ੍ਰੋਜੈਕਟ ਕਰਨਾ ਹੈਗਾ, ਕੋਈ ਵੀ ਕੰਮ ਕਰਨਾ ਹੈਗਾ, ਉਹਦਾ ਪਹਿਲਾਂ ਉਹਦੀ ਕੇਅਰਫੁਲੀ ਅਸੈਸਮੈਂਟ ਕਰ ਲਓ। ਅਸੈਸਮੈਂਟ ਕਰਕੇ ਉਹਦੀ ਪੂਰੀ ਡੀਟੇਲ ਵਿੱਚ ਜਾ ਕੇ ਪਲੈਨਿੰਗ ਕਰ ਲਓ, ਵੀ ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਕਿੱਥੋਂ ਸ਼ੁਰੂ ਕਰਨਾ, ਕਦੋਂ ਸ਼ੁਰੂ ਕਰਨਾ, ਕਿਸ ਤਰ੍ਹਾਂ ਕਰਕੇ ਕਿੱਥੇ ਪਹੁੰਚਣਾ ਹੈਗਾ। ਇਸ ਕਰਕੇ ਅਸੀਂ ਬਹੁਤਾ ਆਪਣੇ ਆਪ ਨੂੰ ਐਕਸਪੋਜ਼ ਵੀ ਨਹੀਂ ਕਰੀਦਾ। ਜੇ ਸਾਨੂੰ ਪਤਾ ਵੀ ਮਾਰਕੀਟ 2014 ਤੋਂ ਬਾਅਦ ਅਲਬਰਟਾ ਦੀ, ਐਡਮਿੰਟਨ ਦੀ ਮਾਰਕੀਟ ਹਾਊਸਿੰਗ ਦੀ ਡਾਊਨੇ ਜਾ ਰਹੀ ਹੈ, ਤਾਂ ਨੇਚਰਲੀ ਅਸੀਂ ਆਪਣੇ ਪ੍ਰੋਜੈਕਟ ਵੀ ਉਸੇ ਹਿਸਾਬ ਨਾਲ ਕੰਟਰੋਲ ਕੀਤੇ ਹੋਏ। ਯਾਨੀ ਕਿ ਚਾਦਰ ਦੇਖ ਕੇ ਪੈਰ ਪਸਾਰੋ, ਚਾਦਰ ਦੇਖ ਕੇ ਪੈਰ ਪਸਾਰੋ। ਤੇ ਮਤਲਬ ਹੁਣ ਅਸੀਂ ਪਿਛਲੇ ਸਾਲ ਸਾਨੂੰ ਇਦਾਂ ਹੋ ਗਿਆ ਸੀ ਵੀ ਹੁਣ ਇਹ 6 ਸਾਲ ਤੋਂ ਬਾਅਦ ਚੇਂਜ ਹੋਣ ਲੱਗਿਆ ਹੈਗਾ। ਟਰਾਂਸਮਾਊਂਟਨ ਪਾਈਪ ਬਣ ਰਹੀ ਹੈਗੀ, ਪਾਈਪਲਾਈਨ ਬਣ ਰਹੀ ਹੈ, ਇਕਨੋਮੀ ਫੇਰ ਤੋਂ ਚੇਂਜ ਹੋ ਰਹੀ, ਗੌਰਮੈਂਟ ਇੱਕ ਨਵੀਂ ਆਈ ਹੈਗੀ। ਇਸ ਕਰਕੇ ਆਸ ਜੀ ਬਣ ਗਈ ਸੀ ਵੀ ਕੰਮਕਾਰ ਫਿਰ ਚੱਲ ਪੈਣਗੇ। ਤੇ ਹੁਣ ਕੀ ਲੱਗਦਾ ਤੁਹਾਨੂੰ, ਇਹ ਕਦੋਂ ਤੱਕ ਸਥਿਤੀ ਸੁਧਰੇਗੀ, ਨਾਰਮਲ ਹੋਏਗੀ? ਦੇਖੋ, ਜਿਹੜੀ ਕੋਵਿਡ-19 ਵਾਲੀ ਸਥਿਤੀ ਹੈਗੀ, ਇਹ ਤਾਂ ਇਕੱਲਾ ਮੈਂ ਹੀ ਨਹੀਂ, ਸਾਰਾ ਦੇਸ਼ ਇਹਦੇ ਵਿੱਚੋਂ ਦੀ ਲੰਘ ਰਿਹਾ ਹੈਗਾ। ਆਪਣੀ ਗੌਰਮੈਂਟ, ਅਲਬਰਟਾ ਦੀ ਗੌਰਮੈਂਟ ਦੇ ਉੱਤੇ 24 ਬਿਲੀਅਨ ਡਾਲਰ ਦਾ ਲੋਨ ਚੜ੍ਹ ਜਾਣਾ, ਤਾਂ ਕੈਨੇਡਾ ਦੀ ਗੌਰਮੈਂਟ ਦੇ ਉੱਤੇ 360 ਬਿਲੀਅਨ ਡਾਲਰ ਦਾ ਡੈਫਿਸਿਟ ਹੋਣਾ ਹੈਗਾ। ਮਤਲਬ ਇਸੇ ਤਰ੍ਹਾਂ ਕੰਪਨੀਆਂ ਦੇ ਕੰਮਕਾਰ ਜਿਹੜੇ ਹੈਗੇ ਬਹੁਤ ਸਾਰੇ ਰੁਕੇ ਹੋਏ ਹੈਗੇ। ਜਿੱਥੇ ਮਤਲਬ ਅਸੀਂ ਮਹੀਨੇ ਦੇ 10-10 ਘਰ ਵੇਚਦੇ ਸੀ, ਤਾਂ ਹੁਣ ਮਹੀਨੇ ਦਾ ਇੱਕ ਘਰ ਵੀ ਨਹੀਂ ਵਿਕਦਾ ਹੈਗਾ, ਕਿਉਂਕਿ ਲੋਕ ਵੀ ਨਹੀਂ ਖਰਚਦੇ ਪੈਸੇ, ਲੋਕ ਵੀ ਟਿਕੇ ਬੈਠੇ ਹੈਗੇ। ਪਰ ਚਲੋ ਇੱਦਾਂ ਹੈਗਾ ਵੀ ਮੈਨੂੰ ਇੱਦਾਂ ਲੱਗਦਾ ਹੈਗਾ ਵੀ ਇਹ ਕੋਵਿਡ-19 ਵਾਲੀ ਤਾਂ ਤਕਰੀਬਨ ਅਗਲੇ ਸਾਲ ਸਮਰ ਤੱਕ ਇਹ ਸਿਚੁਏਸ਼ਨ ਕੰਟਰੋਲ 'ਚ ਆ ਜਾਣੀ। ਇਸ ਸਾਲ ਦੇ ਐਂਡ ਤੱਕ ਇਹ ਤਕਰੀਬਨ ਜੇ ਇਹਦੇ ਕੋਵਿਡ-19 ਦੀ ਵੈਕਸੀਨ ਨਿਕਲ ਆਉਂਦੀ ਹੈਗੀ, ਨਿਕਲ ਆਉਣੀ ਉਹ, ਕਿਉਂਕਿ ਜਿਸ ਤਰੀਕੇ ਨਾਲ ਇਹਦੀ ਰਿਸਰਚ ਚੱਲ ਰਹੀ ਹੈ, ਟੈਸਟਿੰਗ ਚੱਲ ਰਹੀ ਹੈਗੀ, ਉਹ ਆ ਜਾਣਾ। ਉਸ ਤੋਂ ਬਾਅਦ ਮਾਰਚ ਤੱਕ ਆਪਣੇ ਦੇਸ਼ ਵਿੱਚ ਇਹਦੀ ਇਮਿਊਨਾਈਜੇਸ਼ਨ ਹੋਣੀ ਸ਼ੁਰੂ ਹੋ ਜਾਏਗੀ, ਤਾਂ ਉਸ ਤੋਂ ਬਾਅਦ ਫਿਰ ਇਹ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ। ਤਾਂ ਕੰਟਰੋਲ ਤੋਂ ਬਾਅਦ ਫਿਰ ਜਿਉਂ ਕੰਟਰੋਲ ਹੋਏਗਾ ਤੀਤੂ ਇਕਨੋਮੀ ਹੋਰ ਖੁੱਲ੍ਹੇਗੀ, ਫਿਰ ਕੰਮਕਾਰ ਚੱਲਣਗੇ। ਉਧਰ ਪਾਈਪਲਾਈਨ ਤਾਂ ਬਣੀ ਰਹੀ ਹੈ, ਫਿਰ ਤੋਂ ਇਕਨੋਮੀ ਸ਼ੁਰੂ ਹੋਏਗੀ। ਸੋ ਇਹ ਤਾਂ ਸੀ ਤੁਹਾਡੀ ਸੰਖੇਪ ਦੇ ਵਿੱਚ ਸਕਸੈਸ ਸਟੋਰੀ। ਹੁਣ ਜੋ ਸਰੋਤੇ ਗੱਲਬਾਤ ਸੁਣ ਰਹੇ ਨੇ, ਉਹ ਇਹ ਜ਼ਰੂਰ ਜਾਣਨਾ ਚਾਹਣਗੇ ਕਿ ਤੁਸੀਂ ਜ਼ੀਰੋ ਤੋਂ ਸਟਾਰਟ ਕਰਕੇ ਲਾਈਫ ਅੱਜ ਤੁਸੀਂ ਜਿਹੜੇ ਚੰਗੇ ਸਥਾਪਿਤ ਕਾਰੋਬਾਰੀ ਐਡਮਿੰਟਨ ਦੇ, ਉਹਨਾਂ ਦੇ ਵਿੱਚ ਨਾਂ ਆਉਂਦਾ ਤੁਹਾਡਾ। ਕੀ ਟਿਪਸ ਦੇਣਾ ਚਾਹੋਗੇ? ਸਫਲਤਾ ਦੇ ਕੀ ਰਾਜ ਨੇ ਸੰਖੇਪ ਦੇ ਵਿੱਚ? ਸਫਲਤਾ ਦੇ ਰਾਜ, ਮੈਂ ਤਾਂ ਆਪਣੀ ਜ਼ਿੰਦਗੀ ਜਿਸ ਤਰੀਕੇ ਨਾਲ ਚਲਾਈ ਹੈਗੀ ਤੇ ਚੱਲਿਆ ਹੈਗਾ, ਪਹਿਲੀ ਤਾਂ ਗੱਲ ਹੈਗੀ ਵੀ ਤੁਸੀਂ ਹਾਰਡ ਵਰਕ, ਕਿਸੇ ਕੰਮ ਕਰਨ ਨੂੰ ਤੁਸੀਂ ਸ਼ਰਮ ਨਾ ਮੰਨੋ। ਚਾਹੇ ਉਹ ਲੇਬਰ ਦਾ ਕੰਮ ਹੈ, ਚਾਹੇ ਇੰਜੀਨੀਅਰ ਦਾ ਕੰਮ ਹੈ, ਚਾਹੇ ਟੈਕਨੋਲੋਜਿਸਟ ਦਾ ਕੰਮ ਹੈ, ਚਾਹੇ ਕੰਟਰੈਕਟ ਦਾ ਕੰਮ ਹੈਗਾ। ਮੈਂ ਅੱਜ ਵੀ ਆਪਣੇ ਜੌਬ ਸਾਈਟਾਂ ਦੇ ਉੱਤੇ ਜਾ ਕੇ, ਤਾਂ ਜਿੱਥੇ ਮੈਨੂੰ ਐਂ ਲੱਗਦਾ ਹੈਗਾ ਵੀ ਇਹ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ ਹੈਗਾ, ਮੈਂ ਆਪ ਲੱਗ ਜਾਂਦਾ ਵਰਕਰਾਂ ਦੇ ਨਾਲ ਕਰਨ, ਮੈਨੂੰ ਕੋਈ ਸ਼ਰਮ ਨਹੀਂ। ਪਹਿਲੀ ਤਾਂ ਗੱਲ ਇਹ ਹੈਗੀ। ਦੂਜਾ, ਕੋਈ ਵੀ ਕੰਮ ਤੁਸੀਂ ਕਰਨਾ ਹੈਗਾ, ਉਹਦੇ ਵਿੱਚ ਤੁਸੀਂ ਪੂਰੀ ਪਹਿਲਾਂ ਅਸੈਸਮੈਂਟ ਕਰ ਲਓ, ਸਮਝ ਲਓ ਵੀ ਤੁਸੀਂ ਕੀ ਕਰਨ ਲੱਗੇ ਹੈਗੇ। ਜਦੋਂ ਤੱਕ ਤੁਹਾਨੂੰ ਉਹ ਕੰਮ ਦਾ ਪੂਰਾ ਪਤਾ ਨਹੀਂ ਹੈਗਾ ਵੀ ਇਹ ਕਿੱਥੋਂ ਸ਼ੁਰੂ ਹੋਣਾ ਤੇ ਕਿੱਥੇ ਪਹੁੰਚਣਾ, ਕਿਸ ਤਰ੍ਹਾਂ ਪਹੁੰਚਣਾ ਹੈਗਾ, ਉਦੋਂ ਤੱਕ ਉਸ ਕੰਮ ਨੂੰ ਨਾ ਕਰੋ। ਠੀਕ ਹੈ। ਤੀਜਾ, ਫੋਕਸ ਰੱਖੋ। ਜਦੋਂ ਇੱਕ ਵਾਰੀ ਰਾਹ ਦੇ ਉੱਤੇ ਤੁਰ ਗਏ, ਉਤਰਾਈ ਚੜ੍ਹਾਈ ਤਾਂ ਆਉਣੀ ਹੋਏਗੀ, ਮੁਸ਼ਕਲਾਂ ਤਾਂ ਆਉਂਦੀਆਂ ਹੀ ਹੈ, ਪਰ ਉਹਨਾਂ ਦੇ ਨਾਲ ਨਜਿੱਠਣ ਲਈ ਵੀ ਤੁਹਾਨੂੰ ਆਪਣਾ ਸਟੈਮਿਨਾ ਰੱਖਣਾ ਚਾਹੀਦਾ ਹੈਗਾ, ਘਬਰਾਉਣਾ ਨਹੀਂ ਹੈਗਾ। ਤਾਂ ਮਤਲਬ ਵੀ ਤੁਸੀਂ ਆਪਣੇ ਫੋਕਸ ਵੱਲ, ਆਪਣੀ ਮੰਜ਼ਿਲ ਵੱਲ ਵੱਧਦੇ ਚੱਲੋ, ਹਾਲਾਤ ਨੂੰ ਸਮਝ ਕੇ ਵੀ ਇੱਥੇ ਮੈਨੂੰ ਕੀ ਕਰਨਾ ਚਾਹੀਦਾ ਹੈਗਾ, ਕਿਹੜੀ ਕੁਆਲੀਫਿਕੇਸ਼ਨ, ਕਿਹੜੀ ਨੌਲੇਜ ਮੈਨੂੰ ਹੋਰ ਗੇਨ ਕਰਨੀ ਚਾਹੀਦੀ ਹੈਗੀ, ਵੀ ਤਾਂ ਕਿ ਉਸ ਨੌਲੇਜ ਦੇ ਨਾਲ ਮੈਂ ਆਪਣੇ ਕੰਮ ਦੇ ਵਿੱਚ ਵਾਧਾ ਕਰ ਸਕਾਂ, ਫਾਇਦਾ ਲੈ ਸਕਾਂ। ਮੇਰੇ 2-3 ਛੋਟੇ ਸਵਾਲ ਨੇ, ਮੈਂ ਸੰਖੇਪ ਜਵਾਬ ਚਾਹਾਂਗਾ। ਸੋ ਇਸ ਸਫ਼ਰ ਦੇ ਦੌਰਾਨ ਕੋਈ ਅਜਿਹਾ ਸਮਾਂ ਜਦੋਂ ਬਹੁਤ ਔਖਾ ਵਕਤ ਆਇਆ ਹੋਵੇ ਤੇ ਤੁਸੀਂ ਇਹ ਸੋਚਿਆ ਹੋਵੇ ਕਿ ਇਹ ਪਤਾ ਨਹੀਂ ਹੁਣ ਕੀ ਹੋਏਗਾ, ਥਿੜਕਣ ਦਾ ਟਾਈਮ? 1986 ਦੇ ਵਿੱਚ ਹੋਇਆ ਹੈਗਾ ਇੱਦਾਂ। ਤਾਂ ਮਤਲਬ ਜਦੋਂ ਉਹ 1982 ਵਾਲਾ ਰਿਸੈਸ਼ਨ ਆਇਆ, ਫਿਰ 85-86 ਵਾਲਾ ਆਇਆ,
ਤਾਂ ਮਤਲਬ ਥੋੜ੍ਹਾ ਜਿਹਾ ਇੱਦਾਂ ਲੱਗਣ ਲੱਗ ਗਿਆ ਸੀ ਵੀ ਅਸੀਂ ਇੱਕ ਆਪਣਾ ਇੰਡੀਅਨ ਸਟੋਰ ਖੋਲ੍ਹ ਲਿਆ ਸੀ ਗਰੋਸਰੀ ਦਾ। ਤਾਂ ਉਹ ਪਰ ਗਰੋਸਰੀ ਦਾ ਸਟੋਰ ਨਾਰਥ ਵਾਲੇ ਸਾਈਡ ਦੇ ਵਿੱਚ ਖੋਲ੍ਹਿਆ ਸੀ। ਉਦੋਂ ਨਾਰਥ ਸਾਈਡ ਵਿੱਚ ਐਡੀ ਪਾਪੂਲੇਸ਼ਨ ਨਹੀਂ ਸੀ ਆਪਣੀ, ਇਸ ਕਰਕੇ ਉਹ ਜਿੰਨੇ ਕੁ ਪੈਸੇ ਜੁੜੇ ਸੀ ਉਦੋਂ ਤੱਕ ਉਹ ਸਾਰੇ ਉਹਦੇ ਵਿੱਚ ਲੱਗ ਗਏ। ਫਿਰ ਮੈਂ ਕਿਹਾ ਕੋਈ ਗੱਲ ਨਹੀਂ। ਤਾਂ ਨਾਲੇ ਦੂਜਾ ਮੈਂ ਇਹ ਵੀ ਇੱਕ ਦੇਖਿਆ ਹੈ ਵੀ ਕਿਸੇ ਹੋਰ ਦੀਆਂ ਗੱਲਾਂ 'ਚ ਨਾ ਆਓ। ਜੇਕਰ ਤੁਹਾਨੂੰ ਕੋਈ ਹੋਰ ਸਲਾਹ ਦਿੰਦਾ ਹੈ ਨਾ, ਸੁਣ ਲਓ, ਪਰ ਸਲਾਹ ਸੁਣ ਕੇ ਤੁਸੀਂ ਇਹ ਦੇਖੋ ਵੀ ਕਿਆ ਮੈਂ ਇਸ ਸਲਾਹ ਦੇ ਵਿੱਚ ਫਿੱਟ ਹੁੰਦਾ, ਕਿਆ ਇਹ ਸਲਾਹ ਮੇਰੇ ਉੱਤੇ ਢੁਕਦੀ ਹੈਗੀ ਜਾਂ ਮੈਨੂੰ ਕਰਨਾ ਚਾਹੀਦਾ ਨਹੀਂ। ਅਗਰ ਤੁਸੀਂ ਕਿਸੇ ਹੋਰ ਦੇ ਕਹੇ ਤੋਂ ਉਹਦੀਆਂ ਗੱਲਾਂ 'ਚ ਆ ਕੇ ਸਟੋਰ ਖੋਲ੍ਹ ਲਿਆ, ਕੰਮ ਖੋਲ੍ਹ ਲਿਆ, ਤੇ ਉਹ ਬੰਦੇ ਪਿੱਛੇ ਹਟ ਗਏ, ਫਿਰ ਤੁਹਾਨੂੰ ਤਾਂ ਵਿੱਚ ਫਸ ਗਏ ਨਾ ਤੁਸੀਂ ਤਾਂ। ਇਸ ਕਰਕੇ ਤੁਸੀਂ ਆਪਣੀ ਅਸੈਸਮੈਂਟ ਖੁਦ ਕਰੋ ਵੀ ਕੀ ਇਹ ਤੁਹਾਡੇ ਲਈ ਠੀਕ ਹੈ। ਜੇ ਤੁਹਾਡੇ ਲਈ ਠੀਕ ਹੈ, ਕਿਸ ਤਰ੍ਹਾਂ ਇਹਨੂੰ ਕਰਨਾ ਹੈਗਾ, ਫਿਰ ਤੁਸੀਂ ਉਸ ਤਰੀਕੇ ਨਾਲ ਕਰੋ। ਸੋ ਇਸ ਸਫ਼ਰ ਦੌਰਾਨ ਸਭ ਤੋਂ ਮਿੱਠੇ ਤੇ ਖੁਸ਼ੀ ਭਰੇ ਪਲ? ਮੈਂ ਬਹੁਤੀ ਐਡੀ ਐਕਸਾਈਟਮੈਂਟ ਨਹੀਂ ਕਰਦਾ ਹੈ ਕਿਸੇ ਵੀ ਚੀਜ਼ ਦੀ, ਮਤਲਬ ਸਹਿੰਦਾ ਚੱਲੀ ਜਾਈਦਾ ਹੈਗਾ। ਤਾਂ ਜਿੱਦਾਂ ਮੈਂ ਦੱਸਿਆ ਹੈਗਾ ਤੁਹਾਨੂੰ ਵੀ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈਗੀ ਤੁਹਾਡੀ ਜ਼ਿੰਦਗੀ ਦੇ ਵਿੱਚ, ਉਹਦੀ ਤੁਹਾਡੀ ਕੈਲਕੂਲੇਸ਼ਨ ਕਰੀ ਹੁੰਦੀ ਪਹਿਲਾਂ ਵੀ ਇਹ ਕਿੱਦਾਂ ਰਿਜ਼ਲਟ ਇਹਦਾ ਆਉਣਾ ਹੈਗਾ। ਤਾਂ ਉਹ ਫਿਰ ਜੇ ਤੁਹਾਨੂੰ ਉਹਦਾ ਪਹਿਲਾਂ ਪਤਾ ਰਿਜ਼ਲਟ ਵੀ ਕੀ ਆਉਣਾ ਹੈਗਾ, ਤਾਂ ਫਿਰ ਤੁਹਾਨੂੰ ਪਹਿਲਾਂ ਹੀ ਕੰਟਰੋਲ 'ਚ ਹੁੰਦਾ ਸਾਰਾ ਕੁਝ। ਇਸ ਕਰਕੇ ਇਹ ਤਾਂ ਹੈ ਨਹੀਂ ਵੀ ਤੁਹਾਨੂੰ ਕਿਸੇ ਨੇ ਉੱਤੋਂ ਅਲੱਗ ਦੇ ਦੇਣਾ, ਤੁਹਾਡੀ ਲੋਟਰੀ ਨਿਕਲ ਜਾਣੀ, ਫਿਰ ਤਾਂ ਬੜੀਆਂ ਮੈਂ ਛਾਲਾਂ ਮਾਰਾਂ, ਵਾਹ ਜੀ ਵਾਹ 10 ਮਿਲੀਅਨ ਦੀ ਲੋਟਰੀ ਨਿਕਲ ਗਈ। ਕਰਿਆ ਹੀ ਤਾਂ ਮੈਂ ਹੀ ਇਹ ਸਾਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਸਾਰੀ ਪਲਾਨ ਕਰਕੇ ਮੈਂ ਚੱਲਿਆ ਹੈਗਾ, ਹੌਲੀ ਸਟੈਪ ਵਾਈਜ਼ ਵਨ ਆਫਟਰ ਦੀ ਅਦਰ, ਉਸ ਤਰੀਕੇ ਨਾਲ ਚੱਲ ਕੇ ਉਸ ਮੰਜ਼ਿਲ ਦੇ ਉੱਤੇ ਪਹੁੰਚਿਆ ਹੈਗਾ। ਤਾਂ ਉਸ ਮੰਜ਼ਿਲ ਦੇ ਉੱਤੇ ਪਹੁੰਚ ਕੇ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ, ਕਿਸ ਤਰ੍ਹਾਂ ਅੱਗੇ ਵਧਣਾ ਹੈਗਾ। ਉਸ ਤੋਂ ਬਾਅਦ ਵੀ ਇੱਕ ਵੱਡੀ ਚੀਜ਼ ਇਹ ਹੁੰਦੀ ਵੀ ਮੇਰਾ ਤਾਂ ਚਲੋ ਹੁਣ ਏਜ ਦੇ ਹਿਸਾਬ ਨਾਲ ਤਾਂ ਤਕਰੀਬਨ ਉਸ ਸਟੇਜ ਦੇ ਉੱਤੇ ਪਹੁੰਚੇ ਹੈਗੇ ਵੀ ਮੈਨੂੰ ਤਾਂ ਇਹ ਹੈਗਾ ਵੀ ਸਾਡਾ ਬੇਟਾ ਹੈਗਾ, ਉਹਨੇ ਮੇਰੇ ਵਾਲੀ ਕੰਪਨੀ ਟੇਕ ਓਵਰ ਕਰ ਲਈ, ਤਾਂ ਉਹ ਜ਼ਿੰਮੇਵਾਰੀ ਮੈਨੂੰ ਉਹਨੂੰ ਉਹ ਕੰਮ ਕਰਦੇ ਦੇਖ ਕੇ ਖੁਸ਼ੀ ਹੁੰਦੀ ਹੈਗੀ। ਮੇਰੇ ਲਈ ਇਹੀ ਬਹੁਤ ਵੱਡੀ ਅਚੀਵਮੈਂਟ ਹੈਗੀ। ਤਾਂ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹ ਲਾਈਨ ਦੇ ਉੱਤੇ ਅੱਗੇ ਤੇ ਅੱਗੇ ਵਾਧਾ ਕਰ ਰਹੇ ਹੈ। ਕਿਉਂਕਿ ਜਿਸ ਤਰ੍ਹਾਂ ਦੀ ਤੁਹਾਡੀ ਸੋਚ ਹੈ, ਜਿਸ ਪਾਰਟੀ ਨਾਲ ਤੁਸੀਂ ਜੁੜੇ ਹੋਏ ਹੋ, ਇਹ ਕਹਿ ਲਓ ਵੀ ਤੁਸੀਂ ਕਿਰਤ ਵਿੱਚ, ਮਿਹਨਤ ਵਿੱਚ, ਓਨੈਸਟੀ 'ਚ ਬਿਲੀਵ ਕਰਦੇ ਹੋ। ਤੁਸੀਂ ਇੱਥੇ ਆ ਕੇ ਜ਼ੀਰੋ ਤੋਂ ਸਟਾਰਟ ਕੀਤੀ, ਸੰਘਰਸ਼ ਕੀਤਾ, ਉਤਾਰ ਚੜ੍ਹਾਅ ਜ਼ਿੰਦਗੀ ਆਏ, ਚੰਗੇ ਤੇ ਮੰਦੇ ਪਲ ਵੀ ਵੇਖੇ। ਤੁਸੀਂ ਦੱਸਿਆ ਸੀ ਕਿ ਤੁਸੀਂ ਲੇਬਰ ਤੋਂ ਸਟਾਰਟ ਕੀਤਾ ਹੈ। ਅੱਜ ਤੁਸੀਂ ਇੱਕ ਬਹੁਤ ਵੱਡੀ ਕੰਪਨੀ ਦੇ, ਬਿਲਡਿੰਗ ਕੰਪਨੀ ਦੇ ਮਾਲਕ ਹੋ। ਅੱਜ ਜਦੋਂ ਆਪਣੀ ਅੱਖਾਂ ਦੇ ਸਾਹਮਣੇ ਕਿਸੇ ਲੇਬਰ ਨੂੰ ਤੁਸੀਂ ਕੰਮ ਕਰਦਾ ਵੇਖਦੇ ਹੋ, ਲੇਬਰ ਕਰਦਾ ਵੇਖਦੇ ਹੋ, ਕਿੰਝ ਮਹਿਸੂਸ ਕਰਦੇ ਹੋ? ਸੱਚ ਦੱਸੋ। ਮੈਂ ਉਹਨਾਂ ਦੀ ਰਿਸਪੈਕਟ ਕਰਦਾ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਮੇਰੀ ਰਿਸਪੈਕਟ ਕਰਦੇ ਸੀ। ਮਤਲਬ ਕੀ ਹੈਗਾ, ਉਹ ਜੌਬ ਹੈਗੀ। ਅਗਰ ਉਹਨਾਂ ਦਾ ਕਿਸੇ ਕਾਰਨ ਕਰਕੇ ਕੁਆਲੀਫਿਕੇਸ਼ਨ ਨਹੀਂ ਉਹ ਲੈ ਸਕੇ, ਪੜ੍ਹ ਕੇ ਆਪਣੇ ਆਪ ਨੂੰ ਸਕਿੱਲ ਨਹੀਂ ਕੋਈ ਦੇ ਸਕੇ, ਕੋਈ ਇਹੋ ਜਿਹਾ ਡਿਪਲੋਮਾ ਡਿਗਰੀ ਨਹੀਂ ਕਰ ਸਕਦੇ, ਉਹ ਜਿਹਾ ਸਿੱਖ ਨਹੀਂ ਸਕੇ, ਤਾਂ ਨੈਚੁਰਲੀ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਫਲਾਅ ਰਹਿ ਗਿਆ। ਠੀਕ ਹੈ, ਇਸ ਕਰਕੇ ਉਹ ਲੇਬਰ ਕਰਦੇ ਹੈਗੇ। ਉਹਨਾਂ ਦੀ ਲੇਬਰ ਦੀ ਅੱਜ ਸਾਨੂੰ ਲੋੜ ਹੈ, ਉਹਨਾਂ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਹੈਗਾ, ਰਿਸਪੈਕਟ ਮਿਲਣੀ ਚਾਹੀਦੀ, ਡਿਗਨਿਟੀ ਮਿਲਣੀ ਚਾਹੀਦੀ ਹੈਗੀ, ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਹੈਗੀ। ਸੰਖੇਪ ਦੇ ਵਿੱਚ ਮੈਸੇਜ ਸਾਡੇ ਸਰੋਤਿਆਂ ਨੂੰ? ਮੈਸੇਜ ਇਹੀ ਹੈਗਾ ਵੀ ਜੋ ਵੀ ਕਰਨਾ ਹੈਗਾ ਉਹਨੂੰ ਆਪਣਾ ਪੂਰਾ ਸੋਚ ਸਮਝ ਕੇ ਤਰੀਕੇ ਨਾਲ ਕਰੋ। ਦੇਸ਼ ਦਾ ਜਿਹੜਾ ਲਾਅ ਹੈਗਾ, ਲਾਅ ਨੂੰ ਮੰਨੋ, ਤਾਂ ਦੇਸ਼ ਦੇ ਵਿੱਚ, ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਸੁਸਾਇਟੀ ਚੰਗੀ ਬਣ ਸਕੇ ਹੋਰ ਵੀ ਕਿਸ ਤਰ੍ਹਾਂ ਤੁਸੀਂ ਆਪਣਾ ਰੋਲ ਅਦਾ ਕਰ ਸਕਦੇ ਹੈਗੇ, ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਗਾ। ਅਤੇ ਬਾਕੀ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਵੀ ਕੱਟੋ ਅਤੇ ਦੂਜੇ ਦਾ ਕਿਸੇ ਦਾ ਹੱਕ ਮਾਰੋ ਨਾ ਹੀ ਕਿਸੇ ਨੂੰ ਆਪਣਾ ਹੱਕ ਮਾਰਨ ਦਿਓ। ਬਹੁਤ ਬਹੁਤ ਮਿਹਰਬਾਨੀ ਸਰ। ਥੈਂਕ ਯੂ ਜੀ, ਥੈਂਕ ਯੂ ਸੋਥਾ ਸਾਹਿਬ। ਕੋਈ ਵੀ ਸੁਝਾਅ ਜਾਂ ਇਸ਼ਤਿਹਾਰ ਦੇਣ ਸੰਬੰਧੀ ਤੁਸੀਂ ਇਸ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਜਰਨੈਲ ਬਸੋਤਾ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫਤੇ ਫਿਰ ਮਿਲਣ ਦੇ ਵਾਅਦੇ ਨਾਲ ਤੇਗਮੀਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।